ਕਾਸ਼ੀ ਬਨਾਰਸ। ਅਯੋਧਿਆ ਤੋਂ ਚੱਲ ਕੇ ਗੁਰੂ ਜੀ ਕਾਸ਼ੀ ਪਾਸ ਗੰਗਾ ਦੇ ਕਿਨਾਰੇ ਜਾ ਠਹਿਰੇ। ਉੱਥੋਂ ਦੇ ਪੰਡਤਾਂ ਨੂੰ ਜਦ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸਾਰੇ ਹੀ ਮਿਲ ਕੇ ਦਰਸ਼ਨ ਕਰਨ ਆਏ। ਨਮਸਕਾਰ ਕਰਕੇ ਉਹਨਾਂ ਨੇ ਪ੍ਰਸ਼ਨ ਕੀਤਾ, ਦੋਹਰਾ वेद शास्त्र नित प्रति पढ़त सुनत सदा व्यवहार हम और शांत न आवई मिटत नहीं हंकार। गुरु जी ने कहा, पंडित जी जेकर अंदर सदा ही बुराइयां ਦਾ ਵਾਸਾ ਹੋਵੇ ਤਾਂ ਫਿਰ ਵੇਦ ਸ਼ਾਸਤਰਾਂ ਦੇ ਗਿਆਨ ਦਾ ਅਸਰ ਕਿਸ ਤਰ੍ਹਾਂ ਹੋਵੇ। ਤੁਹਾਡੇ ਅੰਦਰ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਵਧੀ ਹੋਈ ਹੈ ਅਤੇ ਸਤ ਸੰਤੋਖ ਬਾਹਰ ਖੜੇ ਹਨ। ਇਹ ਪੜ੍ਹਨਾ ਸੁਣਨਾ ਸਭ ਤੁਹਾਡਾ ਲੋਕ ਵਿਖਾਵਾ ਹੀ ਹੈ। ਇਸ ਨੂੰ ਸਪਸ਼ਟ ਕਰਨ ਵਾਸਤੇ ਆਪ ਜੀ ਨੇ ਸ਼ਬਦ ਉਚਾਰਨ ਕੀਤਾ। श्री राग महला पहला। लब कुत्ता कूड़ चूहड़ा ठग खादा मुरदार पर निंदा पर मुल मुख सुधी अगन क्रोध चंडाल। रस कस आप सलाहना ए कर्म मेरे करतार बाबा बोलिए पत होए उत्तम से दर उत्तम कही अह नीच कर्म बह रोए। रहाओ रस सोयना रस रूपा कामण रस परमल की वास रस घोड़े रस सेजा मंदर रस मीठा रस मास एते रस शरीर के कह घट नाम निवास जित बोलिए पत पाइए सो बोलिया परवान फिक्का बोल विगूचना सुन मूर्ख मन अनजान जो तिस भावे से भले होड़ के कहन वखान तिन मत तिन पत तिन धन पल्लै जिन हिरदे रहया समाए तिनका किया सालाहना अवर सवालियो काए नानक नदरी बाहरे राचे दान ना नाए। ਭਾਵ ਤੁਸੀਂ ਆਪਣੇ ਮਨ ਦੇ ਆਪ ਮੁਨਸਿਫ ਹੋ ਕੇ ਸੁਣੋ ਕਿ ਤੁਹਾਡਾ ਮਨ ਵਿਸ਼ਿਆਂ ਵਿੱਚ ਲਿਪਟਿਆ ਹੋਇਆ ਹੈ। ਇਸ ਕਰਕੇ ਤੁਹਾਨੂੰ ਨਾਮ ਦਾ ਰਸ ਨਹੀਂ ਆਉਂਦਾ। ਪੜ੍ਹਨਾ ਵੀ ਦੋ ਪ੍ਰਕਾਰ ਦਾ ਹੁੰਦਾ ਹੈ, ਇੱਕ ਗੱਤਕੇਬਾਜ਼ ਵਾਂਗ ਤੇ ਇੱਕ ਸੂਰਮੇ ਸਮਾਨ। ਗੱਤਕੇਬਾਜ਼ ਲੋਕਾਂ ਨੂੰ ਵਿਖਾਉਣ ਵਾਸਤੇ ਸ਼ਸਤਰ ਚਲਾਉਂਦਾ ਪਰ ਆਪ ਨੂੰ ਛੂਹਣ ਨਹੀਂ ਦਿੰਦਾ। ਇਸ ਤਰ੍ਹਾਂ ਹੀ ਉਪਜੀਵਕਾ ਵਾਸਤੇ ਜੋ ਲੋਕਾਂ ਨੂੰ ਪੜ੍ਹ ਕੇ ਸੁਣਾਉਂਦੇ ਹਨ ਪਰ ਆਪ ਨਹੀਂ ਕਮਾਉਂਦੇ, ਇਹ ਗੱਤਕੇਬਾਜ਼ ਹਨ। ਦੂਸਰੇ ਸੂਰਮੇ ਜੋ ਸੰਤ ਰੂਪ ਹਨ, ਉਹ ਪੜ੍ਹ ਸੁਣ ਕੇ ਆਪ ਉਸ ਉੱਤੇ ਅਮਲ ਕਰਦੇ ਹਨ ਅਤੇ ਕਾਮ ਕ੍ਰੋਧ ਆਦਿ ਵੈਰੀਆਂ ਨੂੰ ਸਤਿਗੁਰੂ ਦੇ ਸ਼ਬਦ ਰੂਪੀ ਸ਼ਸਤਰਾਂ ਨਾਲ ਰਾਤ ਦਿਨ ਇਹਨਾਂ ਵੈਰੀਆਂ ਨਾਲ ਲੜ ਕੇ ਇਹਨਾਂ ਨੂੰ ਮਾਰਦੇ ਹਨ। ਇਹ ਸੂਰਮੇ ਸਮਾਨ ਪੜ੍ਹਨਾ ਹੈ। ਸੋ ਤੁਸੀਂ ਜੇ ਸੂਰਮੇ ਬਣ ਕੇ ਵੇਦਾਂ ਸ਼ਾਸਤਰਾਂ ਨੂੰ ਪੜ੍ਹੋਗੇ ਤਾਂ ਤੁਹਾਡਾ ਹੰਕਾਰ ਰੂਪੀ ਸ਼ੇਰ ਮਰ ਜਾਏਗਾ ਅਤੇ ਮਨ ਨੂੰ ਸ਼ਾਂਤੀ ਆ ਜਾਏਗੀ। ਗ੍ਰੰਥ ਲਿਖਣ ਵਾਲੇ ਵਿਦਵਾਨ ਸ਼ਸਤਰ ਬਣਾਉਣ ਵਾਲੇ ਲੋਹਾਰ ਦੀ ਨਿਆਈ ਹਨ। ਗ੍ਰੰਥਾਂ ਦਾ ਟੀਕਾਕਰਨ ਤੇ ਪੜ੍ਹਨ ਵਾਲੇ ਸਿਕਲੀਗਰ ਹਨ ਜੋ ਉਹਨਾਂ ਸ਼ਸਤਰਾਂ ਨੂੰ ਚਮਕਾਉਂਦੇ ਤੇ ਤੇਜ਼ ਕਰਦੇ ਹਨ। ਇਹਨਾਂ ਗ੍ਰੰਥਾਂ ਨੂੰ ਪੜ੍ਹ ਸੁਣ ਕੇ ਹਿਰਦੇ ਵਿੱਚ ਧਾਰ ਕੇ ਉਸ ਨੂੰ ਕਮਾਉਣ ਵਾਲੇ ਅਸਲੀ ਸੂਰਮੇ ਹਨ। ਸੋ ਤੁਸੀਂ ਸੂਰਮੇ ਬਣੋ। ਇਹ ਨਿਰਣਾ ਸੁਣ ਕੇ ਫਿਰ ਕੁਝ ਸਿਆਣੇ ਪੰਡਤਾਂ ਨੇ ਕਿਹਾ, ਇਸ ਸ਼ਿਵਪੁਰੀ ਵਿੱਚ ਜੋ ਪ੍ਰਾਣੀ ਮਰਦਾ ਹੈ ਉਸ ਦੇ ਸਭ ਪਾਪ ਨਸ਼ਟ ਹੋ ਜਾਂਦੇ ਹਨ ਤੇ ਉਹ ਮੁਕਤੀ ਪ੍ਰਾਪਤ ਕਰਦਾ ਹੈ। ਇਹ ਅਸਥਾਨ ਸ਼ਿਵਪੁਰੀ ਕਾਸ਼ੀ ਦਾ ਬਹੁਤ ਉੱਤਮ ਹੈ। ਗੁਰੂ ਜੀ ਨੇ ਕਿਹਾ, ਇਹ ਸਭ ਨਾਮ ਦੀ ਮਹਿਮਾ ਹੈ। ਜਗ੍ਹਾ ਭਾਵੇਂ ਕੋਈ ਹੋਵੇ, ਜਿਸ ਦੇ ਹਿਰਦੇ ਵਿੱਚ ਨਾਮ ਹੋਵੇਗਾ ਉਸ ਦੀ ਹੀ ਮੁਕਤੀ ਹੋਵੇਗੀ। ਜੇ ਇਸ ਤਰ੍ਹਾਂ ਕਬੀਰ ਜੀ ਜਦ ਉਹਨਾਂ ਦਾ ਅੰਤ ਸਮਾਂ ਨੇੜੇ ਆਇਆ ਤਾਂ ਕਾਸ਼ੀ ਛੱਡ ਕੇ ਮਗਹਰ ਜਾ ਵਸੇ ਸਨ ਅਤੇ ਉੱਥੇ ਹੀ ਨਾਮ ਜਪ ਕੇ ਮੁਕਤੀ ਪਾਈ। ਇਸ ਕਰਕੇ ਮੁਕਤੀ ਦੇਣ ਵਾਲਾ ਕੇਵਲ ਇੱਕ ਸਤਨਾਮ ਹੀ ਹੈ, ਹੋਰ ਕਿਸੇ ਸਾਧਨ ਨਾਲ ਮੁਕਤੀ ਨਹੀਂ ਹੁੰਦੀ। ਫਿਰ ਪੰਡਤਾਂ ਨੇ ਪੁੱਛਿਆ, ਮਹਾਰਾਜ ਹਰ ਨਾਮ ਤਾਂ ਅਨੇਕ ਹਨ, ਮੁਕਤੀ ਦੇਣ ਵਾਲਾ ਕਿਹੜਾ ਹਰ ਨਾਮ ਹੈ? ਗੁਰੂ ਜੀ ਨੇ ਕਿਹਾ, ਜਿਵੇਂ ਸਾਰੀਆਂ ਬੇੜੀਆਂ ਹੀ ਨਦੀ ਤੋਂ ਪਾਰ ਕਰਨ ਵਾਲੀਆਂ ਹੁੰਦੀਆਂ ਹਨ, ਜੇ ਇਸ ਉੱਤੇ ਕੋਈ ਚੜ੍ਹ ਜਾਵੇ ਉਸ ਨੂੰ ਹੀ ਉਹ ਬੇੜੀ ਪਾਰ ਉਤਾਰ ਦਿੰਦੀ ਹੈ। ਤਿਵੇਂ ਹੀ ਗੁਰੂ ਜਿਹੜਾ ਨਾਮ ਦੱਸੇ ਉਹੀ ਪਾਰ ਉਤਾਰਨ ਵਾਲਾ ਹੁੰਦਾ ਹੈ। ਉਸ ਦਾ ਸਿਮਰਨ ਅਭਿਆਸ ਕਰਨਾ ਚਾਹੀਦਾ ਹੈ। ਆਪ ਜੀ ਦੇ ਇਹ ਸੁਖਦਾਇਕ ਮਨੋਹਰ ਬਚਨ ਸੁਣ ਕੇ ਪੰਡਤਾਂ ਨੇ ਪ੍ਰਾਰਥਨਾ ਕੀਤੀ, ਮਹਾਰਾਜ ਸਾਨੂੰ ਦੀਨ ਜਾਣ ਕੇ ਸਾਡੀ ਵੀ ਗਤੀ ਕਰੋ। ਗੁਰੂ ਜੀ ਨੇ ਕਿਹਾ, ਸਤਨਾਮ ਦਾ ਜਾਪ ਕਰੋ, ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ। ਇਹ ਉਪਦੇਸ਼ ਲੈ ਕੇ ਪੰਡਤ ਗੁਰੂ ਜੀ ਦੇ ਨਾਮ ਤਰੀਕ ਸਿੱਖ ਬਣ ਗਏ ਅਤੇ ਸਤਨਾਮ ਦਾ ਜਾਪ ਜਪਣ ਲੱਗੇ। ਕੁਝ ਦਿਨ ਡੇਰਾ ਕਰਕੇ ਗੁਰੂ ਜੀ ਉਪਕਾਰ ਵਾਸਤੇ ਅੱਗੇ ਚੱਲ ਪਏ। ਜਗਨਨਾਥ ਤੇ ਕਲਯੁਗ ਪ੍ਰਸੰਗ।
ਭਾਈ ਬਾਲੇ ਨੇ ਦੱਸਿਆ, ਮਹਾਰਾਜ, ਅਯੋਧਿਆ ਤੋਂ ਚੱਲ ਕੇ ਗੁਰੂ ਨਾਨਕ ਜੀ ਜਗਨਨਾਥ ਪਹੁੰਚ ਗਏ। ਸਾਰਾ ਦਿਨ ਆਪ ਜੀ ਮੰਦਰ ਦੇ ਦਰਵਾਜ਼ੇ ਅੱਗੇ ਬੈਠੇ ਰਹੇ। ਸੰਧਿਆ ਸਮੇਂ ਜਦ ਪਾਂਡੇ ਮੰਦਰ ਵਿੱਚ ਜੋਤਾਂ ਜਗਾ ਕੇ ਖੜੇ ਹੋ ਕੇ ਆਰਤੀ ਕਰਨ ਲੱਗੇ ਤਾਂ ਆਪ ਜੀ ਆਪਣੇ ਧਿਆਨ ਹੀ ਅਡੋਲ ਬੈਠੇ ਰਹੇ। ਆਰਤੀ ਕਰਕੇ ਪਾਂਡਿਆਂ ਨੇ ਕ੍ਰੋਧ ਨਾਲ ਆਖਿਆ, ਤੂੰ ਕੌਣ ਹੈ? ਕਿਸ ਜਗ੍ਹਾ ਤੋਂ ਆਇਆ ਹੈ? ਜਦ ਸਾਰਿਆਂ ਨੇ ਆਰਤੀ ਖੜੇ ਹੋ ਕੇ ਕੀਤੀ ਤਾਂ ਤੂੰ ਇਸ ਵੇਲੇ ਬੈਠ ਕਿਉਂ ਰਿਹਾ ਹੈ? ਉਹਨਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ, ਸਾਡੀ ਆਰਤੀ ਸਦਾ ਹੀ ਹੋ ਰਹੀ ਹੈ। ਪਾਂਡਿਆਂ ਨੇ ਕਿਹਾ, ਉਹ ਕਿਹੜੀ ਆਰਤੀ ਹੈ ਜੋ ਤੂੰ ਨਿਤਾ ਪ੍ਰਤੀ ਕਰਦਾ ਰਹਿੰਦਾ ਹੈ? ਗੁਰੂ ਜੀ ਨੇ ਇਸ ਪ੍ਰਥਾਏ ਇਹ ਸ਼ਬਦ ਉਚਾਰਨ ਕੀਤਾ। ਧਨਾਸਰੀ ਮਹੱਲਾ ਪਹਿਲਾ। ਆਰਤੀ। ਗगन में थाल रव चंद दीपक बने तारका मंडल जनक मोती तूप मल्यानलो पवन चवरो करे सगल बनराए फुलंत ज्योति कैसी आरती होए पवखंडना तेरी आरती अनहता शब्द वाजंत पेरी रहाओ सहस तव नैन नन नैन है तोह को सहस मूर्त नन्ना एक तो ही सहस पद विमल नन एक पद गंध बिन सहस तव गंध इव चलत मोही सब मह जोत जोत है सोई तिसके चानन सब मह चानन होई गुरु गुर साखी जोत प्रगट होए जो तिस पावे सुआरती होए हर चरण कमल मकरंद लोबत मनो अन दिनो मोह आही प्यासा कृपा जल देह नानक सारंग को होए जाके ते तेरे नाम वासा। ਗੁਰੂ ਜੀ ਨੇ ਕਿਹਾ, ਮੈਂ ਇਸ ਪ੍ਰਕਾਰ ਦੀ ਆਰਤੀ ਕਰਤਾ ਪੁਰਖ ਦੀ ਨਿਤ ਉਤਾਰਦਾ ਹਾਂ। ਜਿਹੜੇ ਮਨ ਨੂੰ ਰੋਕ ਕੇ ਇਹ ਆਰਤੀ ਕਰਦੇ ਹਨ ਉਹ ਫਿਰ ਸੰਸਾਰ ਦੇ ਜਨਮ ਮਰਨ ਵਿੱਚ ਨਹੀਂ ਆਉਂਦੇ। ਇਹ ਸ਼ੁਭ ਵਿਚਾਰ ਸੁਣ ਕੇ ਪਾਂਡਿਆਂ ਨੇ ਆਪ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ, ਇਹਨਾਂ ਦਾ ਕਥਨ ਸਭ ਸੱਚ ਹੈ। ਇੱਥੇ 2 ਦਿਨ ਡੇਰਾ ਕਰਕੇ ਆਪ ਜੀ ਸਮੁੰਦਰ ਦੇ ਕਿਨਾਰੇ ਜਾ ਬੈਠੇ। ਮਰਦਾਨੇ ਨੇ ਉੱਚੀ ਸੁਰ ਨਾਲ ਇੱਕ ਸ਼ਬਦ ਗਾਇਆ। ਇਤਨੇ ਨੂੰ ਵੇਖਿਆ ਕਿ ਇੱਕ ਮੁਰਦਾ ਪਿਆ ਹੋਇਆ ਸੀ। ਉਸ ਨੂੰ ਖਾਣ ਲਈ ਇੱਕ ਬਘਿਆੜ ਆਇਆ ਹੈ, ਪਰ ਉਸ ਨੇ ਮੁਰਦੇ ਦਾ ਮੱਥਾ ਸੁੰਘਿਆ ਅਤੇ ਪਿੱਛੇ ਹਟ ਕੇ ਚਲਿਆ ਗਿਆ। ਫਿਰ ਵਾਪਸ ਆਣ ਕੇ ਉਸ ਨੇ ਮੁਰਦੇ ਦੇ ਹੱਥ ਪੈਰ ਤੇ ਸਾਰਾ ਸਰੀਰ ਸੁੰਘਿਆ ਅਤੇ ਫਿਰ ਉਸ ਨੂੰ ਖਾਣ ਤੋਂ ਬਿਨਾਂ ਹੀ ਵਾਪਸ ਜੰਗਲ ਨੂੰ ਮੁੜ ਗਿਆ। ਇਹ ਕੌਤਕ ਵੇਖ ਕੇ ਮਰਦਾਨੇ ਪੁੱਛਿਆ, ਮਹਾਰਾਜ, ਇਹ ਬਘਿਆੜ ਮੁਰਦੇ ਨੂੰ ਸੁੰਘ ਕੇ ਪਿੱਛੇ ਕਿਉਂ ਹਟ ਗਿਆ ਹੈ, ਖਾਂਦਾ ਕਿਉਂ ਨਹੀਂ? ਗੁਰੂ ਜੀ ਨੇ ਕਿਹਾ, ਮਰਦਾਨਾ, ਜਿਹੜਾ ਤੂੰ ਸ਼ਬਦ ਗਾਵਿਆ ਸੀ ਉਸ ਨਾਲ ਇਸ ਬਘਿਆੜ ਦਾ ਹਿਰਦਾ ਸ਼ੁੱਧ ਹੋ ਗਿਆ, ਜਿਸ ਕਰਕੇ ਇਸ ਨੂੰ ਨਾ ਖਾਣ ਯੋਗ ਸਮਝ ਕੇ ਪਿੱਛੇ ਮੁੜ ਗਿਆ ਹੈ। ਇਹ ਮੁਰਦਾ ਮਨ ਮੁਖ ਸੀ। ਇਸ ਨੇ ਕਦੀ ਸਤਸੰਗ ਨਹੀਂ ਕੀਤਾ, ਹੱਥਾਂ ਪੈਰਾਂ ਨਾਲ ਕਿਸੇ ਦੀ ਸੇਵਾ ਨਹੀਂ ਸੀ ਕੀਤੀ, ਅੱਖਾਂ ਨਾਲ ਕਦੀ ਸੰਤਾਂ ਦੇ ਦਰਸ਼ਨ ਨਹੀਂ ਕੀਤੇ ਸਨ ਅਤੇ ਹਿਰਦੇ ਵਿੱਚ ਹਰੀ ਦਾ ਪ੍ਰੇਮ ਨਹੀਂ ਕੀਤਾ ਸੀ। ਇਸ ਕਰਕੇ ਇਸ ਦੇ ਸਾਰੇ ਅੰਗ ਅਪਵਿੱਤਰ ਜਾਣ ਕੇ ਬਘਿਆੜ ਨੇ ਇਸ ਦੇ ਸਰੀਰ ਨੂੰ ਅੰਗੀਕਾਰ ਨਹੀਂ ਕੀਤਾ, ਕਿਉਂਕਿ ਐਸੇ ਸਰੀਰ ਨੂੰ ਖਾਣ ਨਾਲ ਅਧੋਗਤੀ ਪ੍ਰਾਪਤ ਹੁੰਦੀ ਹੈ। ਜਿਸ ਪੁਰਸ਼ ਨੇ ਕਦੀ ਸਤਸੰਗ ਨਹੀਂ ਕੀਤਾ ਉਸ ਦਾ ਸਰੀਰ ਨਿਸਫਲ ਹੈ। ਕਲਯੁਗ ਮਿਲਾਪ। ਗੁਰੂ ਜੀ ਇਸ ਤੋਂ ਅੱਗੇ ਹੋਰ ਸਥਾਨ 'ਤੇ ਜਾ ਬੈਠੇ। ਉਸ ਛਿਨ ਹੀ ਬਹੁਤ ਭਿਆਨਕ ਲਾਲ ਹਨੇਰੀ ਆਈ, ਜਿਸ ਨਾਲ ਬਹੁਤ ਮਿੱਟੀ ਘੱਟਾ ਤੇ ਰੋੜ ਕੰਕਰ ਆਦਿਕ ਦਾ ਸਾਰੇ ਆਕਾਸ਼ ਤੱਕ ਅੰਧ ਗੁਬਾਰ ਫੈਲ ਗਿਆ। ਹੱਥ ਪਸਾਰਿਆ ਕੁਝ ਨਾ ਦਿਸੇ। ਮਰਦਾਨਾ ਮੂੰਹ 'ਤੇ ਕੱਪੜਾ ਲੈ ਕੇ ਜ਼ਮੀਨ 'ਤੇ ਲੇਟ ਗਿਆ। ਗੁਰੂ ਜੀ ਨੂੰ ਕਹਿਣ ਲੱਗਾ, ਮਹਾਰਾਜ ਜੀ, ਬੁਰੇ ਥਾਂ ਮਾਰਿਆ ਜੇ, ਇੱਥੇ ਖਫਨ ਤੇ ਕਬਰ ਵੀ ਨਸੀਬ ਨਹੀਂ ਹੋਣੀ। ਤੁਹਾਡੇ ਨਾਲ ਆਣ ਕੇ ਮੈਂ ਬੜਾ ਦੁੱਖ ਪਾਇਆ ਹੈ। ਗੁਰੂ ਜੀ ਨੇ ਹੱਸ ਕੇ ਕਿਹਾ, ਮਰਦਾਨਾ, ਡਰਦਾ ਕਿਉਂ ਹੈ? ਤੇਰੇ ਨੇੜੇ ਕੋਈ ਨਹੀਂ ਆਵੇਗਾ। ਇਤਨੇ ਨੂੰ ਇੱਕ ਭਿਆਨਕ ਸੂਰਤ ਦੈਂਤ, ਜਿਸ ਦਾ ਸਿਰ ਆਕਾਸ਼ ਨਾਲ ਤੇ ਪੈਰ ਪਤਾਲ ਵਿੱਚ ਸਨ, ਖੂਹ ਵਾਂਗ ਡੂੰਘੀਆਂ ਨਾਸਾਂ ਤੇ ਲੰਮੇ ਲੰਮੇ ਦੰਦ ਸਨ, ਸਾਹਮਣੇ ਆ ਗਿਆ। ਮਰਦਾਨਾ ਉਸ ਨੂੰ ਵੇਖ ਕੇ ਬਹੁਤ ਭੈਭੀਤ ਹੋ ਕੇ ਕਹਿਣ ਲੱਗਾ, ਮਹਾਰਾਜ, ਅੰਧੇਰੀ ਤੋਂ ਬਚ ਗਏ ਸਾਂ, ਹੁਣ ਇਸ ਬਲਾ ਤੋਂ ਬਚਣਾ ਕਠਨ ਹੈ। ਗੁਰੂ ਜੀ ਨੇ ਕਿਹਾ, ਮਰਦਾਨਾ, ਇਹ ਤੇਰੇ ਨੇੜੇ ਨਹੀਂ ਆਵੇਗਾ, ਤੂੰ ਭੈ ਨਾ ਕਰ, ਵਾਹਿਗੁਰੂ ਦਾ ਸਿਮਰਨ ਕਰ। ਫਿਰ ਕਲਯੁਗ ਨੇ ਅਗਨੀ ਦਾ ਰੂਪ ਧਾਰ ਲਿਆ। ਉਸ ਦੇ ਸਾਰੇ ਸਰੀਰ ਵਿੱਚੋਂ ਬਹੁਤ ਧੂੰਆਂ ਨਿਕਲਿਆ। ਫਿਰ ਅਗਨੀ ਦਾ ਭੇਖ ਤਿਆਗ ਕੇ ਹੋਰ ਭਿਆਨਕ ਰੂਪ ਧਾਰ ਲਿਆ, ਪਰ ਗੁਰੂ ਜੀ ਅਡੋਲ ਬੈਠੇ ਵੇਖਦੇ ਰਹੇ, ਉਸ ਦੀ ਕੋਈ ਪਰਵਾਹ ਨਾ ਕੀਤੀ। ਤਦ ਉਸ ਨੇ ਨਿਸ਼ਚੈ ਕੀਤਾ ਕਿ ਅਵਤਾਰ ਹਨ, ਇਸ ਕਰਕੇ ਮਨੁੱਖ ਦਾ ਰੂਪ ਧਾਰ ਕੇ ਇੱਕ ਹੱਥ ਵਿੱਚ ਜੀਵਾ ਅਤੇ ਇੱਕ ਹੱਥ ਇੰਦਰੀ ਫੜ ਕੇ ਗੁਰੂ ਜੀ ਪਾਸ ਆ ਗਿਆ। ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਾ, ਉੱਠ ਕੇ ਤਮਾਸ਼ਾ ਵੇਖ।
ਕਲਯੁਗ ਨੇ ਚਰਨ ਬੰਦਨਾ ਕਰਕੇ ਕਿਹਾ, ਮਹਾਰਾਜ, ਜਿਹੜੀ ਭੁੱਲ ਮੈਂ ਕੀਤੀ ਹੈ ਉਹ ਬਖਸ਼ ਦਿਓ। ਮੈਂ ਤੁਹਾਡੀ ਮਹਿਮਾ ਨਹੀਂ ਜਾਣੀ ਸੀ। ਇਸ ਯੁੱਗ ਵਿੱਚ ਮੇਰੀ ਸਰਦਾਰੀ ਹੈ। ਮੈਂ ਉਹੀ ਭੇਖ ਕਰਕੇ ਤੁਹਾਨੂੰ ਵਿਖਾਇਆ ਹੈ ਜੋ ਮੇਰੇ ਸਮੇਂ ਵਿੱਚ ਮਨੁੱਖਾਂ ਨੇ ਕਰਨੇ ਹਨ। ਪੁਰਸ਼ ਸਭ ਗੁਣਾਂ ਦਾ ਤਿਆਗ ਕਰਕੇ ਇਹਨਾਂ ਦੋਹਾਂ ਜੀਭਾ ਅਤੇ ਇੰਦਰੀ ਦੇ ਅਧੀਨ ਚੱਲਣਗੇ। ਜੀਭਾ ਦੇ ਰਸ ਅਤੇ ਇੰਦਰੀ ਦੇ ਭੋਗਾਂ ਦਾ ਹੀ ਵਰਤਾਰਾ ਵਰਤਣਗੇ। ਗੁਰੂ ਜੀ ਨੇ ਪੁੱਛਿਆ, ਤੇਰਾ ਨਾਮ ਕੀ ਹੈ? ਸਾਡੇ ਪਾਸ ਕਿਉਂ ਆਇਆ ਹੈ? ਉਸ ਨੇ ਕਿਹਾ, ਮੇਰਾ ਨਾਮ ਕਲਯੁਗ ਹੈ। ਮੈਂ ਤੁਹਾਨੂੰ ਮੱਥਾ ਟੇਕਣ ਆਇਆ ਹਾਂ। ਤੁਹਾਨੂੰ ਪਰਖਣ ਵਾਸਤੇ ਹੀ ਮੈਂ ਸਾਰੇ ਵੱਲ ਛਲ ਕੀਤੇ ਹਨ। ਗੁਰੂ ਜੀ ਨੇ ਕਿਹਾ, ਤੇਰੇ ਲੱਛਣ ਕੀ ਹਨ? ਤੇਰੇ ਨਾਲ ਸੈਨਾ ਕਿਹੜੀ ਹੈ ਜਿਸ ਨਾਲ ਰਾਜ ਕਰਦਾ ਹੈ? ਕਲਯੁਗ ਨੇ ਕਿਹਾ, ਮੇਰੇ ਰਾਜ ਵਿੱਚ ਝੂਠ ਸੂਰਮਾ ਸਭ ਤੋਂ ਅੱਗੇ ਝੰਡਾ ਲੈ ਕੇ ਤੁਰਦਾ ਹੈ। ਮੋਹ ਸਾਰਿਆਂ ਦਾ ਰਾਜਾ ਹੈ। ਸੈਨਾਪਤੀ ਹਿੰਸਾ ਹੱਤਿਆ ਹੈ। ਕਾਮ, ਕ੍ਰੋਧ, ਲੋਭ ਤੇ ਹੰਕਾਰ ਇਹ ਮੇਰੇ ਹਾਥੀ ਅਸਵਾਰ ਸੂਰਮੇ ਹਨ। ਈਰਖਾ, ਨਿੰਦਿਆ, ਚੁਗਲੀ ਤੇ ਮਾਰ-ਤਾੜ ਅਤੇ ਤ੍ਰਿਸ਼ਨਾ ਇਹ ਸਭ ਰੱਥਾਂ ਤੇ ਅਸਵਾਰ ਹਨ। ਆਲਸ, ਜੂਆ, ਸ਼ਰਾਬ ਆਦਿ ਹੋਰ ਖੋਟੇ ਕਰਮ ਮੇਰੇ ਘੋੜ ਅਸਵਾਰ ਯੋਧੇ ਹਨ। ਮਮਤਾ ਅਤੇ ਵਿਸ਼ਿਆਂ ਦੀ ਆਸਾ ਤੇ ਚੋਰੀ ਇਹ ਪੈਦਲ ਫੌਜ ਹੈ। ਮੇਰੀ ਇਸ ਸੈਨਾ ਅੱਗੇ ਕੋਈ ਯੋਧਾ ਨਹੀਂ ਠਹਿਰ ਸਕਦਾ। ਮੈਂ ਜਿੱਧਰ ਧਾਵਾ ਕਰਦਾ ਹਾਂ ਮੇਰੀ ਜਿੱਤ ਹੀ ਜਿੱਤ ਹੁੰਦੀ ਹੈ। ਮੇਰੇ ਪਾਖੰਡ ਨੇ ਕ੍ਰੋਧ ਨਾਲ ਦਿਗਵਿਜੇ ਕੀਤੀ ਹੋਈ ਹੈ। ਇਸ ਪ੍ਰਕਾਰ ਦੀ ਸਿੱਕਦਾਰੀ ਸਰਦਾਰੀ ਹੈ। ਕਲਯੁਗ ਦੀ ਵਾਰਤਾ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ, ਸ਼੍ਰੀ ਮੁਖ ਵਾਕ, ਜਿਸ ਸਿੱਕਦਾਰੀ ਤਿਸੇ ਖੁਆਰੀ, ਚਾਕਰ ਕਿਹੇ ਡਰਣਾ, ਜਾ ਸਿੱਕਦਾਰੇ ਪਵੇ ਜੰਜੀਰੀ, ਤਾਂ ਚਾਕਰ ਹੱਥੋਂ ਮਰਣਾ। ਭਾਵ ਜੋ ਸਰਦਾਰ ਹੋਵੇ ਉਸ ਨੂੰ ਹੀ ਦੁੱਖ ਉਠਾਉਣਾ ਪੈਂਦਾ ਹੈ। ਨੌਕਰ ਨੂੰ ਕੋਈ ਡਰ ਭੈ ਨਹੀਂ ਹੁੰਦਾ, ਸਗੋਂ ਜਦ ਸਰਦਾਰ ਨੂੰ ਫੜਿਆ ਜਾਂਦਾ ਹੈ ਤਾਂ ਉਸ ਦੀ ਮੌਤ ਨੌਕਰ ਹੱਥੋਂ ਹੀ ਹੁੰਦੀ ਹੈ। ਇਹ ਸਮੇਂ ਜੇ ਤੂੰ ਜਗਤ ਦਾ ਰਾਜਾ ਬਣਿਆ ਹੈ ਤਾਂ ਅਸੀਂ ਕਰਤਾਰ ਦੇ ਨੌਕਰ ਹਾਂ। ਜਦ ਤੇਰੇ ਪਾਸੋਂ ਲਿਖਾ ਲਿਆ ਜਾਵੇਗਾ ਤਾਂ ਤੂੰ ਸਾਡੇ ਵੱਸ ਹੀ ਪਵੇਂਗਾ। ਕਲਯੁਗ ਨੇ ਬੇਨਤੀ ਕੀਤੀ, ਮਹਾਰਾਜ, ਇਸ ਵਾਸਤੇ ਹੀ ਮੈਂ ਤੁਹਾਡੇ ਪਾਸ ਆਇਆ ਹਾਂ। ਤੁਹਾਡੇ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਹੈ। ਮੈਂ ਤੁਹਾਨੂੰ ਮੋਤੀਆਂ ਨਾਲ ਜੜੇ ਹੋਏ ਸੋਨੇ ਦੇ ਮੰਦਰ ਭੇਟ ਕਰਦਾ ਹਾਂ। ਤੁਸੀਂ ਉਹਨਾਂ ਵਿੱਚ ਚੱਲ ਕੇ ਨਿਵਾਸ ਕਰੋ। ਮੰਦਰਾਂ ਵਿੱਚ ਚੰਦਨ ਦਾ ਲੇਪਨ ਅਤੇ ਕਸਤੂਰੀ ਦਾ ਛਿੜਕਾਓ ਕਰਾ ਦੇਵਾਂਗਾ। ਜਿੱਥੇ ਬੈਠਣ ਨਾਲ ਮਨ ਨੂੰ ਖੁਸ਼ੀਆਂ ਤੇ ਖੇੜਾ ਆ ਜਾਏਗਾ। ਇਹ ਮੇਰੀ ਭੇਟਾ ਆਪ ਪ੍ਰਵਾਨ ਕਰੋ। ਗੁਰੂ ਜੀ ਨੇ ਉਚਾਰਨ ਕੀਤਾ, ਸ੍ਰੀ ਰਾਗ ਮਹੱਲਾ ਪਹਿਲਾ। ਮੋਤੀ ਤਾਂ ਮੰਦਰ ਉਸਰਹਿ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਪੂਲਾ ਵੀਸਰੈ, ਤੇਰਾ ਚਿਤ ਨਾ ਆਵੇ ਨਾਓ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਓ ਰਹਾਓ। ਹੇ ਕਲਯੁਗ, ਇਹਨਾਂ ਤੇਰੇ ਹੀਰੇ ਰਤਨ ਜੜੇ ਮੰਦਰਾਂ ਨੂੰ ਜੋ ਚੰਦਨ ਆਦਿ ਸੁਗੰਧੀਆਂ ਨਾਲ ਲਿਪੇ ਹੋਏ ਹੋਣਗੇ, ਉਹਨਾਂ ਵਿੱਚ ਬੈਠ ਕੇ ਮਨ ਖੁਸ਼ੀਆਂ ਵਿੱਚ ਪੈ ਕੇ ਪਰਮਾਤਮਾ ਦਾ ਨਾਮ ਹੀ ਭੁੱਲ ਜਾਵੇ। ਜਿਸ ਨਾਮ ਤੋਂ ਬਿਨਾਂ ਜੀਵ ਸੜ ਕੇ ਸੁਆਹ ਹੋ ਜਾਂਦਾ ਹੈ। ਮੈਂ ਆਪਣੇ ਨਿਰੰਕਾਰ ਗੁਰੂ ਨੂੰ ਪੁੱਛ ਕੇ ਵੇਖ ਲਿਆ ਹੈ ਕਿ ਉਸ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਜਿੱਥੇ ਜੀਵ ਨੂੰ ਆਤਮ ਸੁੱਖ ਦਾ ਨਿਵਾਸ ਮਿਲੇ। ਫਿਰ ਕਲਯੁਗ ਨੇ ਕਿਹਾ, ਜੇ ਤੁਸੀਂ ਇਹ ਭੇਟ ਨਹੀਂ ਲੈਣੀ ਤਾਂ ਸੁੰਦਰ ਇਸਤਰੀਆਂ ਅਤੇ ਹੀਰੇ ਜਵਾਹਰਾਂ ਨਾਲ ਜੜੇ ਹੋਏ ਪਲੰਗ ਲੈ ਲਵੋ ਅਤੇ ਆਨੰਦ ਮਾਣੋ। ਗੁਰੂ ਜੀ ਨੇ ਕਿਹਾ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋਹੇ, ਕਰੇ ਰੰਗ ਪਸਾਓ, ਮਤ ਦੇਖ ਪੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾਓ। ਹੇ ਕਲਯੁਗ, ਸਾਰੀ ਧਰਤੀ ਜੇਕਰ ਹੀਰੇ ਲਾਲਾਂ ਨਾਲ ਜੜੀ ਜਾਵੇ, ਸੁੰਦਰ ਇਸਤਰੀਆਂ ਰਾਗ ਰੰਗ ਦਾ ਫੈਲਾਓ ਕਰਕੇ ਮਨ ਨੂੰ ਮੋਹਣ, ਤਾਂ ਉਹਨਾਂ ਨੂੰ ਵੇਖ ਕੇ ਮਨ ਭੁੱਲ ਜਾਵੇ ਤੇ ਪਰਮਾਤਮਾ ਦਾ ਨਾਮ ਵਿਸਰ ਜਾਵੇ। ਇਸ ਕਰਕੇ ਸਾਨੂੰ ਤੇਰੀ ਇਹ ਭੇਟਾ ਪ੍ਰਵਾਨ ਨਹੀਂ ਹੈ। ਫਿਰ ਕਲਯੁਗ ਨੇ ਕਿਹਾ, ਜੇ ਇਹ ਨਹੀਂ ਤਾਂ 9 ਨਿੱਧੀਆਂ ਤੇ 18 ਸਿੱਧੀਆਂ ਹੀ ਪ੍ਰਵਾਨ ਕਰ ਲਵੋ। ਗੁਰੂ ਜੀ ਨੇ ਉਚਾਰਨ ਕੀਤਾ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾ, ਲੋਕ ਰਾਖੇ ਭਾਓ, ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੇ ਨਾਓ। ਹੇ ਕਲਯੁਗ, ਜੇਕਰ ਸਿੱਧ ਹੋ ਕੇ ਰਿੱਧੀਆਂ ਸਿੱਧੀਆਂ ਵਸ ਕਰ ਲਵਾਂ, ਲੋਕਾਂ ਨੂੰ ਧੋਖਾ ਦੇ ਕੇ ਆਪਣੀ ਵਡਿਆਈ ਵਾਸਤੇ ਕਦੀ ਲੁੱਕ ਜਾਵਾਂ ਤੇ ਕਦੀ ਪ੍ਰਗਟ ਹੋ ਕੇ ਬੈਠ ਜਾਵਾਂ, ਇਹਨਾਂ ਗੱਲਾਂ ਵਿੱਚ ਪੈ ਕੇ ਕਿਤੇ ਮੈਨੂੰ ਪਰਮਾਤਮਾ ਦਾ ਨਾਮ ਨਾ ਭੁੱਲ ਜਾਵੇ। ਇਸ ਕਰਕੇ ਮੈਨੂੰ ਤੇਰੀ ਇਹ ਭੇਟ ਪ੍ਰਵਾਨ ਨਹੀਂ ਹੈ।
ਫਿਰ ਕਲਯੁਗ ਨੇ ਕਿਹਾ, ਜੇ ਇਹ ਨਹੀਂ ਤਾਂ ਰਾਜਾ ਬਣ ਕੇ ਰਾਜ ਕਰੋ। ਤਦ ਗੁਰੂ ਜੀ ਨੇ ਕਿਹਾ, ਸੁਲਤਾਨ ਹੋਵਾ ਮੇਲ ਲਸਕਰ ਤਖਤ ਰਾਖਾ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾ ਵੀਸਰੈ ਤੇਰਾ ਚਿੱਤ ਨਾ ਆਵੇ ਨਾਓ। ਜੇਕਰ ਮੈਂ ਰਾਜਾ ਹੋ ਕੇ ਤਖਤ ਉੱਤੇ ਬੈਠ ਕੇ ਫੌਜਾਂ ਰੱਖ ਲਵਾਂ, ਪਰਜਾ ਉੱਤੇ ਹੁਕਮ ਚਲਾਵਾਂ, ਇਹ ਸਭ ਵਿਅਰਥ ਹੀ ਹੈ, ਕਿਉਂਕਿ ਇਹਨਾਂ ਐਸ਼ਾਂ ਵਿੱਚ ਪੈ ਕੇ ਮਤਾ ਮੈਂ ਭੁੱਲ ਜਾਵਾਂ ਤੇ ਪ੍ਰਮਾਤਮਾ ਦਾ ਨਾਮ ਚਿੱਤ ਵਿੱਚ ਨਾ ਆਵੇ, ਸੋ ਇਹ ਵੀ ਸਾਨੂੰ ਪ੍ਰਵਾਨ ਨਹੀਂ ਹੈ। ਤਦ ਕਲਯੁਗ ਨੇ ਕਿਹਾ, ਮਹਾਰਾਜ ਤੁਸੀਂ ਮੇਰੇ ਪਹਿਰੇ ਵਿੱਚ ਜੀਵਾਂ ਨੂੰ ਤਾਰਨ ਵਾਸਤੇ ਅਵਤਾਰ ਧਾਰਿਆ ਹੈ। ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਹਾਂ, ਮੇਰਾ ਮਿਲਣਾ ਨਿਸਫਲ ਕਿਉਂ ਕਰਦੇ ਹੋ? ਤੁਸਾਂ ਮੇਰੀ ਕੋਈ ਭੇਟਾ ਪ੍ਰਵਾਨ ਨਹੀਂ ਕੀਤੀ। ਜੇ ਤੁਸੀਂ ਮੇਰੀ ਭੇਟ ਲੈ ਲਵੋ ਤਾਂ ਮੈਂ ਆਪਣੇ ਧਨ ਭਾਗ ਸਮਝਾਂਗਾ। ਕਲਯੁਗ ਦੇ ਐਸੇ ਦੀਨ ਬਚਨ ਸੁਣ ਕੇ ਗੁਰੂ ਜੀ ਨੇ ਕਿਹਾ, ਜੇ ਤੇਰੀ ਭੇਟ ਦੇਣ ਦੀ ਜ਼ਰੂਰ ਇੱਛਾ ਹੈ ਤਾਂ ਸਾਨੂੰ ਇਹ ਭੇਟ ਦੇ ਕਿ ਜਿਹੜੇ ਸਾਡੇ ਪ੍ਰੇਮੀ ਸ਼ਰਧਾਵਾਨ ਸਿੱਖ ਹਨ ਉਹਨਾਂ ਉੱਤੇ ਤੇਰੀ ਸੈਨਾ ਧਾਵਾ ਨਾ ਬੋਲੇ। ਨਾਮਦਾਨ ਤੇ ਇਸ਼ਨਾਨ ਤੋਂ ਸਾਡੇ ਪ੍ਰੇਮੀਆਂ ਨੂੰ ਕਦੇ ਨਾ ਭੁਲਾਉਣਾ। ਤੇਰਾ ਪ੍ਰਭਾਵ ਉਹਨਾਂ ਉੱਤੇ ਨਾ ਪਵੇ ਜਿਨ੍ਹਾਂ ਦਾ ਸਾਡੇ ਬਚਨਾਂ ਉੱਤੇ ਭਰੋਸਾ ਹੈ। ਕਲਯੁਗ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਮੈਂ ਤੁਹਾਡਾ ਹੁਕਮ ਨਹੀਂ ਮੋੜ ਸਕਦਾ, ਪਰ ਮੈਨੂੰ ਨਿਰੰਕਾਰ ਦੀ ਆਗਿਆ ਹੈ ਕਿ ਮੈਂ ਸਾਰਿਆਂ ਦੀ ਬੁੱਧੀ ਉਲਟਾ ਦੇਵਾਂ, ਜਿਸ ਕਰਕੇ ਖੋਟੇ ਕਰਮ, ਚੋਰੀ, ਯਾਰੀ, ਨਿੰਦਾ, ਝੂਠ, ਚੁਗਲੀ ਆਦਿ ਕਰਨ, ਗੁਣੀਆਂ ਦਾ ਨਿਰਾਦਰ ਕਰਾਵਾਂ ਤੇ ਮੂਰਖਾਂ ਨੂੰ ਰਾਜਿਆਂ ਪਾਸ ਬਿਠਾ ਕੇ ਵਡਿਆਈ ਕਰਾਵਾਂ। ਜਤ ਸਤ ਦਾ ਨਾਮ ਨਾ ਰਹਿਣ ਦਿਆਂ ਅਤੇ ਊਚ ਨੀਚ ਨੂੰ ਬਰਾਬਰ ਕਰ ਦਿਆਂ। ਮੇਰੇ ਰਾਜ ਵਿੱਚ ਸੰਨਿਆਸੀ ਤੇ ਤਿਆਗੀ ਧਨ ਇਕੱਠਾ ਕਰਨਗੇ ਅਤੇ ਗ੍ਰਹਿਸਥੀ ਭੁੱਖੇ ਮਰਨਗੇ, ਪਰ ਹੁਣ ਜਿਵੇਂ ਆਪ ਹੁਕਮ ਕਰੋ ਮੈਂ ਉਹੀ ਕਰਾਂਗਾ। ਉਸ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਕਿਹਾ, ਤੇਰੇ ਰਾਜ ਸਮੇਂ ਵਿੱਚ ਪਰਮਾਤਮਾ ਦਾ ਬਹੁਤ ਜਸ ਵਧੇਗਾ। ਜੋ ਕਾਰਜ ਸਤਯੁਗ ਵਿੱਚ ਲੱਖਾਂ ਵਰਿਆਂ ਵਿੱਚ, ਤ੍ਰੇਤੇ ਵਿੱਚ 10,000 ਸਾਲਾਂ ਵਿੱਚ ਅਤੇ ਦੁਆਪਰ ਵਿੱਚ 1000 ਸਾਲ ਹੁੰਦਾ ਸੀ, ਉਹ ਤੇਰੇ ਸਮੇਂ ਵਿੱਚ ਥੋੜ੍ਹੇ ਸਮੇਂ ਵਿੱਚ ਹੀ ਸਾਰੇ ਸੁੱਖ ਦੇਣ ਵਾਲਾ ਹੋਵੇਗਾ। ਜਿਹੜਾ ਪ੍ਰੇਮ ਨਾਲ ਹਰੀ ਕੀਰਤਨ ਕਰੇਗਾ ਉਹ ਤਤਕਾਲ ਹੀ ਭਵਸਾਗਰ ਨੂੰ ਤਰ ਜਾਏਗਾ। ਜੇ ਤੂੰ ਰਤਨਾ ਮਣੀਆਂ ਦੀਆਂ ਭੇਟਾਂ ਦੇਣੀਆਂ ਚਾਹੁੰਦਾ ਹੈ, ਉਹ ਅਸੀਂ ਆਪਣੇ ਚੌਥੇ ਗੁਰੂ ਰੂਪ ਵਿੱਚ ਲਵਾਂਗੇ। ਇਹ ਬਚਨ ਸੁਣ ਕੇ ਕਲਯੁਗ ਨੇ ਬਹੁਤ ਪ੍ਰਸੰਨ ਹੋ ਕੇ ਨਮਸਕਾਰ ਕੀਤੀ ਅਤੇ ਕਿਹਾ ਕਿ ਜਿਹੜੇ ਸਿੱਖ ਤੁਹਾਡਾ ਬਚਨ ਕਮਾਉਣਗੇ ਮੈਂ ਉਹਨਾਂ ਦੇ ਨੇੜੇ ਨਹੀਂ ਜਾਵਾਂਗਾ। ਇਉਂ ਭਰੋਸਾ ਦੇ ਕੇ ਕਲਯੁਗ ਨਮਸਕਾਰ ਕਰਕੇ ਵਿਦਾ ਹੋ ਗਿਆ। ਗੁਰੂ ਜੀ ਲੋਕ ਉਦਾਰਨ ਵਾਸਤੇ ਅੱਗੇ ਚੱਲ ਪਏ। ਇੱਕ ਨਗਰ। ਬਾਲਾ ਜੀ ਨੇ ਦੱਸਿਆ, ਪਾਤਸ਼ਾਹ ਅੱਗੇ ਜਾ ਕੇ ਗੁਰੂ ਜੀ ਇੱਕ ਨਗਰ ਦੇ ਬਾਹਰ ਇੱਕ ਬ੍ਰਿਛ ਹੇਠਾਂ ਜਾ ਬੈਠੇ। ਪਿੰਡ ਦੇ ਇੱਕ ਡੂਮ ਨੇ ਆਪ ਜੀ ਤੋਂ ਕੁਝ ਖੈਰਾਇਤ ਮੰਗੀ। ਗੁਰੂ ਜੀ ਨੇ ਕਿਹਾ, ਇਸ ਬ੍ਰਿਛ ਦੇ ਮੁੱਢ ਪਾਸੋਂ ਜੋ ਜੀ ਕਰਦਾ ਹੈ ਲੈ ਲੈ। ਡੂਮ ਨੇ ਜਦ ਮੁੱਢ ਪਾਸ ਦੇਖਿਆ ਤਾਂ ਉਸ ਨੂੰ ਬਹੁਤ ਮੋਹਰਾਂ ਦਿਸੀਆਂ। ਉਹਨਾਂ ਨੂੰ ਉਹ ਖੁਸ਼ੀ ਨਾਲ ਪੱਲੇ ਬੰਨ੍ਹ ਕੇ ਪਿੰਡ ਚਲਿਆ ਗਿਆ ਅਤੇ ਸਾਰਿਆਂ ਨੂੰ ਦੱਸਿਆ ਕਿ ਬਾਹਰ ਇੱਕ ਫਕੀਰ ਆਇਆ ਹੈ, ਮਨ ਮੰਨੀ ਚੀਜ਼ ਦਿੰਦਾ ਹੈ। ਪਿੰਡ ਦੇ ਸਾਰੇ ਗਰੀਬ ਲੋਕ ਇਹ ਗੱਲ ਸੁਣ ਕੇ ਗੁਰੂ ਜੀ ਪਾਸ ਚਲੇ ਗਏ ਅਤੇ ਜੋ ਜੋ ਚੀਜ਼ ਮੰਗੇ ਗੁਰੂ ਜੀ ਉਹੀ ਉਸ ਨੂੰ ਦੇ ਦਿੰਦੇ। ਇਸ ਤਰ੍ਹਾਂ ਸਾਰੇ ਦੇਸ਼ ਵਿੱਚ ਆਪ ਜੀ ਦਾ ਜਸ ਫੈਲ ਗਿਆ, ਜਿਸ ਨੂੰ ਸੁਣ ਕੇ ਉੱਥੋਂ ਦਾ ਰਾਜਾ ਵੀ ਆਣ ਹਾਜ਼ਰ ਹੋਇਆ। ਉਸ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਉਪਦੇਸ਼ ਦੇ ਕੇ ਆਪਣਾ ਸਿੱਖ ਬਣਾ ਲਵੋ। ਗੁਰੂ ਜੀ ਨੇ ਕਿਹਾ, ਇਹ ਮਨੁੱਖਾ ਜਨਮ ਅਮੋਲਕ ਹੈ, ਇਸ ਨੂੰ ਕੌਡੀਆਂ ਦੇ ਭਾਅ ਨਹੀਂ ਗਵਾਉਣਾ ਚਾਹੀਦਾ। ਸੁੱਖ ਦੁੱਖ ਦੇ ਸਮੇਂ ਦਾ ਸਿਮਰਨ ਕਰੋ, ਧਰਮਸ਼ਾਲਾ ਬਣਾਓ, ਸਤਸੰਗ ਕਰਿਆ ਕਰੋ, ਵਿਕਾਰਾਂ ਨੂੰ ਮਨ ਤੋਂ ਦੂਰ ਕਰੋ, ਸ਼ੁੱਧ ਹਿਰਦੇ ਨਾਲ ਨਾਮ ਜਪੋ। ਇਹ ਉਪਦੇਸ਼ ਦੇ ਕੇ ਗੁਰੂ ਜੀ ਨੇ ਰਾਜੇ ਨੂੰ ਸਿੱਖ ਬਣਾਇਆ। ਕੁਝ ਦਿਨ ਨਿਵਾਸ ਕਰਕੇ ਗੁਰੂ ਜੀ ਹੋਰ ਅਸਥਾਨ ਨੂੰ ਚੱਲ ਪਏ। ਮੁਨਾਫਿਕ ਦੇਸ਼। ਇਸ ਦੇਸ਼ ਦੇ ਲੋਕ ਸਭ ਮੂਰਖ ਹੀ ਸਨ, ਕੋਈ ਅਕਲ ਵਾਲਾ ਨਹੀਂ ਸੀ। ਪਰਮਾਤਮਾ ਦਾ ਨਾਮ ਲੈਣਾ ਨਹੀਂ ਸਨ ਜਾਣਦੇ ਅਤੇ ਨਾ ਹੀ ਕਦੀ ਸਤਸੰਗ ਦਾ ਨਾਮ ਉਹਨਾਂ ਨੇ ਕੰਨਾਂ ਨਾਲ ਸੁਣਿਆ ਸੀ। ਘਰ ਦੇ ਧੰਦਿਆਂ ਵਿੱਚ ਹੀ ਫਸੇ ਹੋਏ ਸਨ। ਲੋਕਾਂ ਦੀ ਐਸੀ ਦਿਸ਼ਾ ਵੇਖ ਕੇ ਗੁਰੂ ਜੀ ਇਹਨਾਂ ਦੇ ਉਧਾਰ ਵਾਸਤੇ ਇੱਕ ਚੰਗਾ ਖੇਤ ਵੇਖ ਕੇ ਉਸ ਦੇ ਕਿਨਾਰੇ ਬੈਠ ਗਏ। ਉੱਥੇ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਕੇ ਧੂੰਆਂ ਕੀਤਾ। ਇੱਥੋਂ ਦੇ ਲੋਕ ਰਾਜੇ ਨੂੰ ਰੱਬ ਕਰਕੇ ਪੂਜਦੇ ਸਨ। ਜਦ ਮੀਂਹ ਦੀ ਲੋੜ ਹੁੰਦੀ ਤਦ ਰਾਜੇ ਨੂੰ ਜਾ ਕੇ ਕਹਿੰਦੇ। ਜਦ ਰਾਜਾ ਜਪ ਕਰਦਾ, ਮੰਤਰ ਪੜ੍ਹਦਾ, ਤਦ ਮੀਂਹ ਪੈਂਦਾ। ਖੇਤੀਆਂ ਹੁੰਦੀਆਂ ਤੇ ਲੋਕ ਅੰਨ ਦਾਣਾ ਪੈਦਾ ਕਰਕੇ ਖਾਂਦੇ।
ਜਿਸ ਦਿਨ ਤੋਂ ਗੁਰੂ ਜੀ ਇੱਥੇ ਆਣ ਕੇ ਬੈਠੇ ਮੀਂਹ ਕੋਈ ਨਾ ਪਿਆ ਤੇ ਖੇਤੀਆਂ ਸੁੱਕ ਗਈਆਂ। ਲੋਕ ਤੰਗ ਆ ਕੇ ਰਾਜੇ ਪਾਸ ਗਏ ਕਿ ਮੀਂਹ ਪਵਾਓ। ਰਾਜੇ ਨੇ ਪਹਿਲਾਂ ਵਾਂਗ ਬਹੁਤ ਜਪ ਤੇ ਮੰਤਰ ਪੜ੍ਹੇ, ਪਰ ਮੀਂਹ ਨਾ ਵਸਿਆ। ਲੋਕ ਘਬਰਾ ਗਏ ਕਿ ਇਸ ਵਾਰ ਮੀਂਹ ਕਿਉਂ ਨਹੀਂ ਵਸਿਆ। ਤਦ ਉਸ ਖੇਤ ਦੇ ਮਾਲਕ ਨੇ, ਜਿਸ ਦੇ ਬ੍ਰਿਛ ਹੇਠਾਂ ਗੁਰੂ ਜੀ ਬੈਠੇ, ਆਖਿਆ, ਮੀਂਹ ਨਾ ਪੈਣ ਕਰਕੇ ਸਾਡੀਆਂ ਖੇਤੀਆਂ ਸੁੱਕ ਰਹੀਆਂ ਹਨ। ਤੁਸੀਂ ਸੰਤ ਮਹਾਤਮਾ ਹੋ, ਕਿਰਪਾ ਕਰਕੇ ਮੀਂਹ ਪਵਾਓ। ਗੁਰੂ ਜੀ ਨੇ ਪੁੱਛਿਆ, ਪਹਿਲਾਂ ਵਰਖਾ ਕਿਸ ਤਰ੍ਹਾਂ ਹੁੰਦੀ ਸੀ? ਤਦ ਕਿਸਾਨ ਨੇ ਸਾਰੀ ਗੱਲ ਸੁਣਾਈ ਕਿ ਇਸ ਤਰ੍ਹਾਂ ਸਾਡਾ ਰਾਜਾ ਮੰਤਰ ਪੜ੍ਹਦਾ ਸੀ ਤੇ ਮੀਂਹ ਪੈਂਦਾ ਸੀ, ਪਰ ਹੁਣ ਰਾਜੇ ਨੇ ਬਹੁਤ ਮੰਤਰ ਪੜ੍ਹੇ, ਮੀਂਹ ਬਿਲਕੁਲ ਨਹੀਂ ਪਿਆ। ਗੁਰੂ ਜੀ ਨੇ ਕਿਹਾ, ਹੁਣ ਤੁਸੀਂ ਪ੍ਰਮਾਤਮਾ ਅੱਗੇ ਬੇਨਤੀ ਕਰੋਗੇ ਤਾਂ ਮੀਂਹ ਪਵੇਗਾ। ਉਸ ਨੇ ਕਿਹਾ, ਜੀ ਅਸੀਂ ਤਾਂ ਪ੍ਰਮਾਤਮਾ ਦਾ ਨਾਮ ਹੀ ਕਦੀ ਨਹੀਂ ਸੁਣਿਆ ਤੇ ਬੇਨਤੀ ਕਿਸ ਅੱਗੇ ਕਰੀਏ। ਗੁਰੂ ਜੀ ਨੇ ਕਿਹਾ, ਪ੍ਰਮਾਤਮਾ ਸਭਨਾਂ ਦਾ ਮਾਲਕ ਹੈ, ਹਰ ਇੱਕ ਜੀਵ ਜੰਤ ਵਿੱਚ ਵਸ ਰਿਹਾ ਹੈ। ਜੇ ਤੁਸੀਂ ਉਸ ਦਾ ਨਾਮ ਲੈ ਕੇ ਖੇਤੀ ਬੀਜੋਗੇ ਤਾਂ ਖੇਤੀ ਬਹੁਤ ਹੋਵੇਗੀ ਤੇ ਸਾਰੇ ਸੁਖੀ ਵਸੋਗੇ। ਗੁਰੂ ਜੀ ਦੇ ਬਚਨ ਸੁਣ ਕੇ ਉਸ ਜ਼ਿਮੀਂਦਾਰ ਨੇ ਲੋਕਾਂ ਨੂੰ ਆਖਿਆ, ਬਾਹਰ ਇੱਕ ਸੰਤ ਬੈਠਾ ਹੈ। ਉਸ ਨੇ ਮੈਨੂੰ ਆਖਿਆ ਹੈ ਕਿ ਜੇਕਰ ਤੁਸੀਂ ਪ੍ਰਮਾਤਮਾ ਦਾ ਨਾਮ ਲੈ ਕੇ ਖੇਤੀ ਬੀਜੋਗੇ ਤਾਂ ਖੇਤੀ ਬਹੁਤ ਹੋਵੇਗੀ। ਲੋਕਾਂ ਨੇ ਕਿਹਾ, ਤੂੰ ਮੂਰਖ ਹੈ, ਭਲਾ ਵਰਖਾ ਤੋਂ ਬਿਨਾਂ ਕਦੀ ਖੇਤੀ ਹੋ ਸਕਦੀ ਹੈ? ਜ਼ਿਮੀਂਦਾਰ ਨੇ ਵਾਪਸ ਆਣ ਕੇ ਗੁਰੂ ਜੀ ਨੂੰ ਦੱਸਿਆ ਕਿ ਤੁਹਾਡੀ ਗੱਲ ਸੁਣ ਕੇ ਲੋਕ ਮੈਨੂੰ ਮਖੌਲ ਕਰਦੇ ਹਨ, ਤੁਹਾਡੀ ਗੱਲ 'ਤੇ ਯਕੀਨ ਕੋਈ ਨਹੀਂ ਕਰਦਾ। ਗੁਰੂ ਜੀ ਨੇ ਕਿਹਾ, ਤੂੰ ਹਲ ਵਾਹ ਕੇ ਪ੍ਰਮਾਤਮਾ ਦਾ ਨਾਂ ਲੈ ਕੇ ਬੀਜ ਦੇ। ਜੇ ਖੇਤੀ ਨਾ ਹੋਵੇਗੀ ਤਾਂ ਅਸੀਂ ਤੇਰੇ ਬੀਜਾਂ ਦਾ ਮੁੱਲ ਭਰ ਦਿਆਂਗੇ। ਤਦ ਜ਼ਿਮੀਂਦਾਰ ਨੇ ਪ੍ਰਮਾਤਮਾ ਦਾ ਨਾਮ ਲੈ ਕੇ ਗੁਰੂ ਜੀ ਦੇ ਆਖੇ ਲੱਗ ਖੇਤੀ ਬੀਜ ਦਿੱਤੀ। ਥੋੜ੍ਹੇ ਦਿਨਾਂ ਵਿੱਚ ਹੀ ਖੇਤੀ ਉੱਗ ਖੜੀ ਹੋਈ ਤੇ ਲੋਕ ਇਹ ਵੇਖ ਕੇ ਗੁਰੂ ਜੀ ਉੱਤੇ ਸ਼ਰਧਾ ਲੈ ਆਏ। ਬਹੁਤ ਲੋਕ ਆਪ ਜੀ ਪਾਸ ਆਣ ਕੇ ਖੇਤੀ ਉਗਾਉਣ ਦੀ ਜੁਗਤੀ ਪੁੱਛਣ ਆ ਗਏ। ਗੁਰੂ ਜੀ ਨੇ ਕਿਹਾ, ਤੁਸੀਂ ਹਲ ਵਾਹ ਕੇ ਪ੍ਰਮਾਤਮਾ ਦਾ ਨਾਮ ਲੈ ਕੇ ਖੇਤੀ ਬੀਜੋ, ਤੁਹਾਡੀਆਂ ਖੇਤੀਆਂ ਵੀ ਉੱਗ ਪੈਣਗੀਆਂ। ਤਦ ਉਹਨਾਂ ਲੋਕਾਂ ਨੇ ਇਸ ਤਰ੍ਹਾਂ ਹੀ ਕੀਤਾ ਅਤੇ ਜਦ ਸਭ ਦੀਆਂ ਖੇਤੀਆਂ ਉੱਗ ਪਈਆਂ ਤਾਂ ਫਿਰ ਉਹਨਾਂ ਲੋਕਾਂ ਨੇ ਗੁਰੂ ਜੀ ਨੂੰ ਕਿਹਾ, ਮਹਾਰਾਜ ਵਰਖਾ ਕਿਸ ਤਰ੍ਹਾਂ ਪਵੇਗੀ, ਇਸ ਦਾ ਉਪਾਅ ਵੀ ਦੱਸੋ। ਤਦ ਗੁਰੂ ਜੀ ਨੇ ਕਿਹਾ, ਤੁਸੀਂ ਤਿਹਾਵਲ ਦਾ ਕੜਾਹ ਪ੍ਰਸ਼ਾਦ ਕਰਕੇ ਸਾਰੇ ਇਕੱਠੇ ਹੋ ਕੇ ਪ੍ਰਮਾਤਮਾ ਅੱਗੇ ਮੀਂਹ ਪੈਣ ਵਾਸਤੇ ਬੇਨਤੀ ਕਰੋਗੇ ਤਾਂ ਮੀਂਹ ਪਵੇਗਾ। ਜਦ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ ਤਾਂ ਬਹੁਤ ਵਰਖਾ ਹੋਈ। ਗੁਰੂ ਜੀ ਦੀ ਮਹਿਮਾ ਸੁਣ ਕੇ ਰਾਜਾ ਬਹੁਤ ਭੇਟਾ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ। ਨਮਸਕਾਰ ਕਰਕੇ ਬੇਨਤੀ ਕੀਤੀ ਕਿ ਤੁਸੀਂ ਪੂਰਨ ਸੰਤ ਸਰਬ ਸ਼ਕਤੀਵਾਨ ਹੋ, ਮੈਨੂੰ ਉਪਦੇਸ਼ ਦਿਓ ਜਿਸ ਨਾਲ ਮੇਰਾ ਭਲਾ ਹੋਵੇ। ਅੱਗੇ ਤੋਂ ਜਿਸ ਤਰ੍ਹਾਂ ਤੁਸੀਂ ਆਗਿਆ ਕਰੋਗੇ ਉਸ ਤਰ੍ਹਾਂ ਪ੍ਰਮਾਤਮਾ ਨੂੰ ਮੰਨਿਆ ਕਰਾਂਗੇ। ਰਾਜੇ ਦਾ ਪ੍ਰੇਮ ਤੇ ਸ਼ਰਧਾ ਵੇਖ ਕੇ ਆਖਿਆ, ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਕਰੋ, ਧਰਮਸ਼ਾਲਾ ਬਣਾ ਕੇ ਸਤਸੰਗ ਕਰਿਆ ਕਰੋ, ਤਦ ਤੁਹਾਡੀ ਸਭ ਦੀ ਕਲਿਆਣ ਹੋਵੇਗੀ। ਰਾਜੇ ਨੇ ਉਪਦੇਸ਼ ਲੈ ਕੇ ਆਪਣੇ ਰਾਜ ਵਿੱਚ ਲੋਕਾਂ ਨੂੰ ਪ੍ਰਮਾਤਮਾ ਦੇ ਸਿਮਰਨ ਵਿੱਚ ਲਾਇਆ। ਤਦ ਸਾਰੇ ਲੋਕ ਨਾਮ ਜਪਣ ਤੇ ਕੀਰਤਨ ਕਰਨ ਵਿੱਚ ਲੱਗ ਕੇ ਆਪਣਾ ਜਨਮ ਸਫਲਾ ਕਰਨ ਲੱਗੇ। ਇਸ ਤਰ੍ਹਾਂ ਸਭ ਨੂੰ ਉਪਦੇਸ਼ ਦੇ ਕੇ ਗੁਰੂ ਜੀ ਅੱਗੇ ਨੂੰ ਵਿਦਾ ਹੋ ਗਏ। ਅੱਗ ਨਾਲ ਸੜਨ ਵਾਲੇ, ਸਮੁੰਦਰ ਨਾਲ ਢਹਿਣ ਵਾਲੇ ਨਗਰ ਅਤੇ ਹਾਰੂ ਦੇਸ਼ ਦਾ ਪ੍ਰਸੰਗ। ਮੁਨਾਫਿਕ ਦੇਸ਼ ਤੋਂ ਚੱਲ ਕੇ ਇੱਕ ਹੋਰ ਦੇਸ਼ ਵਿੱਚ ਪਹੁੰਚ ਗਏ। ਇੱਕ ਪਿੰਡ ਵੇਖ ਕੇ ਉਸ ਦੇ ਬਾਹਰ ਬ੍ਰਿਛ ਹੇਠਾਂ ਬੈਠ ਗਏ। ਪਿੰਡ ਵਾਸੀਆਂ ਨੇ ਅੰਨ ਜਲ ਨਾਲ ਆਪ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਕੁਝ ਦਿਨ ਉੱਥੇ ਟਿਕੇ ਰਹੇ। ਇੱਕ ਦਿਨ ਜਦ ਨਗਰ ਵਾਸੀ ਆਪਣਾ ਸਮਾਨ ਚੁੱਕ ਕੇ ਪਰਿਵਾਰ ਨੂੰ ਲੈ ਕੇ ਉੱਥੋਂ ਕੂਚ ਕਰਨ ਲੱਗੇ ਤਾਂ ਗੁਰੂ ਜੀ ਨੇ ਪੁੱਛਿਆ, ਤੁਸੀਂ ਕਿੱਧਰ ਚੱਲੇ ਹੋ? ਉਹਨਾਂ ਨੇ ਦੱਸਿਆ, ਜੀ ਇਸ ਨਗਰ ਨੂੰ 6 ਮਹੀਨੇ ਪਿੱਛੋਂ ਅੱਗ ਲੱਗ ਜਾਂਦੀ ਹੈ। ਹੁਣ ਉਹ ਸਮਾਂ ਆ ਗਿਆ ਹੈ, ਇਸ ਕਰਕੇ ਅਸੀਂ 5-7 ਦਿਨ ਵਾਸਤੇ ਇੱਥੋਂ ਕੱਢ ਕੇ ਆਪਣਾ ਸਮਾਨ ਤੇ ਬਾਲ ਬੱਚਾ ਬਾਹਰ ਲੈ ਜਾਂਦੇ ਹਾਂ। ਜੇ ਤੁਸੀਂ ਵੀ ਸਾਡੇ ਨਾਲ ਚੱਲੋ ਤਾਂ ਬੜੀ ਕਿਰਪਾ ਹੋਵੇਗੀ। ਗੁਰੂ ਜੀ ਨੇ ਕਿਹਾ, ਜੇਕਰ ਤੁਸੀਂ ਸਾਡੀ ਸਿੱਖੀ ਧਾਰਨ ਕਰ ਲਵੋ ਅਤੇ ਸਤਨਾਮ ਦਾ ਜਾਪ ਜਪੋ ਤਾਂ ਫੇਰ ਕਦੀ ਤੁਹਾਡੇ ਘਰ ਨਹੀਂ ਸੜਨਗੇ। ਤਦ ਉਹ ਨਗਰ ਵਾਸੀ ਗੁਰੂ ਜੀ ਦਾ ਬਚਨ ਮੰਨ ਕੇ ਦੂਸਰੇ ਪਿੰਡ ਜਾਣ ਦੀ ਥਾਂ ਗੁਰੂ ਜੀ ਪਾਸ ਹੀ ਰਹੇ। ਜਦ ਨਗਰ ਨੂੰ ਅੱਗ ਲੱਗਣ ਦਾ ਦਿਨ ਆਇਆ ਤਾਂ ਇੱਕ ਬੜਾ ਭਿਆਨਕ ਰੂਪ ਦੈਂਤ ਆਇਆ। ਉਸ ਦੇ ਹੱਥ ਵਿੱਚ ਅੱਗ ਦਾ ਮੁਆਤਾ ਫੜਿਆ ਹੋਇਆ ਸੀ। ਉਸ ਨੇ ਲੋਕਾਂ ਨੂੰ ਕਿਹਾ, ਤੁਸੀਂ ਪਿੰਡ ਛੱਡ ਕੇ ਬਾਹਰ ਨਹੀਂ ਗਏ, ਯਾਦ ਰੱਖੋ ਮੈਂ ਤੁਹਾਨੂੰ ਸਾਰਿਆਂ ਨੂੰ ਸਾੜ ਦਿਆਂਗਾ। ਦੈਂਤ ਦੀ ਇਹ ਗੱਲ ਸੁਣ ਕੇ ਸਾਰੇ ਲੋਕ ਡਰ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ,
ਅੱਗੇ ਤਾਂ ਘਰ-ਬਾਰ ਸੜ ਜਾਣ ਦਾ ਹੀ ਡਰ ਸੀ, ਪਰ ਹੁਣ ਬਾਲ ਬੱਚੇ ਦੀਆਂ ਜਾਨਾਂ ਦਾ ਵੀ ਫਿਕਰ ਪੈ ਗਿਆ ਹੈ। ਸਾਨੂੰ ਇਹਨਾਂ ਸੰਤਾਂ ਨੇ ਨਹੀਂ ਜਾਣ ਦਿੱਤਾ, ਅਸੀਂ ਤਾਂ ਨਿਕਲ ਹੀ ਚੱਲੇ ਸਾਂ। ਗੁਰੂ ਜੀ ਨੇ ਜਦ ਲੋਕਾਂ ਨੂੰ ਇਸ ਤਰ੍ਹਾਂ ਭੈਭੀਤ ਵੇਖਿਆ ਤਾਂ ਆਪ ਜੀ ਨੇ ਉਸ ਦੈਂਤ ਵੱਲ ਟੇਢੀ ਨਜ਼ਰ ਕਰਕੇ ਵੇਖਿਆ। ਗੁਰੂ ਜੀ ਦੇ ਇਸ ਤਰ੍ਹਾਂ ਕਰੂਰ ਦ੍ਰਿਸ਼ਟੀ ਨਾਲ ਵੇਖਣ ਕਰਕੇ ਦੈਂਤ ਭਵਾਟਣੀ ਖਾ ਕੇ ਧਰਤੀ 'ਤੇ ਡਿੱਗ ਪਿਆ। ਤਦ ਗੁਰੂ ਜੀ ਨੇ ਉੱਠ ਕੇ ਆਪਣਾ ਚਰਨ ਉਸ ਦੇ ਸਿਰ ਉੱਤੇ ਲਾਇਆ। ਜਿਸ ਦੇ ਛੂਹਣ ਛਾਰ ਦੈਂਤ ਉੱਠ ਕੇ ਗੁਰੂ ਜੀ ਦੇ ਚਰਨਾਂ 'ਤੇ ਪੈ ਗਿਆ ਅਤੇ ਕਹਿਣ ਲੱਗਾ, ਮਹਾਰਾਜ ਮੇਰਾ ਅਪਰਾਧ ਬਖਸ਼ੋ, ਮੈਂ ਤੁਹਾਡਾ ਸੇਵਕ ਹਾਂ, ਜੋ ਹੁਕਮ ਕਰੋਗੇ ਸੋ ਹੀ ਮੰਨਾਂਗਾ। ਗੁਰੂ ਜੀ ਨੇ ਕਿਹਾ, ਜੇ ਇਸ ਨਗਰ ਵਿੱਚ ਧਰਮਸਾਲ ਬਣਾ ਕੇ ਸਤਨਾਮ ਦਾ ਸਿਮਰਨ ਕਰਿਆ ਕਰੇ ਅਤੇ ਇਸ ਨਗਰ ਵਾਸੀਆਂ ਨਾਲ ਮਿਲ ਕੇ ਕੀਰਤਨ ਕਰਿਆ ਕਰੇ ਅਤੇ ਆਪਣੇ ਸਿਰ 'ਤੇ ਪਾਣੀ ਢੋ ਕੇ ਸੰਗਤ ਦੀ ਸੇਵਾ ਕਰਿਆ ਕਰੇਗਾ ਤਾਂ ਤੇਰੀ ਗਤੀ ਹੋਵੇਗੀ। ਦੈਂਤ ਨੇ ਸਭ ਕੁਝ ਇਸ ਤਰ੍ਹਾਂ ਹੀ ਗੁਰੂ ਜੀ ਦੇ ਹੁਕਮ ਅਨੁਸਾਰ ਕਰ ਦਿੱਤਾ। ਜਿਸ ਨੂੰ ਵੇਖ ਕੇ ਪਿੰਡ ਦੇ ਲੋਕ ਬੜੇ ਹੈਰਾਨ ਹੋ ਕੇ ਕਹਿਣ ਲੱਗੇ, ਵੇਖੋ ਗੁਰੂ ਜੀ ਨੇ ਬਾਜ ਪਾਸੋਂ ਚਿੜੀ ਦੀ ਸੇਵਾ ਕਰਾਈ ਹੈ। ਉਪਰੰਤ ਗੁਰੂ ਜੀ ਇੱਥੋਂ ਉੱਠ ਕੇ ਇੱਕ ਹੋਰ ਨਗਰ ਦੇ ਬਾਹਰ ਸਮੁੰਦਰ ਦੇ ਕਿਨਾਰੇ ਜਾ ਬੈਠੇ। ਗੁਰੂ ਜੀ ਨੇ ਵੇਖਿਆ ਕਿ ਲੋਕ ਘਰ ਦਾ ਸਮਾਨ ਚੁੱਕ ਕੇ ਬਾਹਰ ਤੁਰੇ ਜਾ ਰਹੇ ਹਨ। ਗੁਰੂ ਜੀ ਨੇ ਪੁੱਛਿਆ, ਤੁਸੀਂ ਕਿੱਧਰ ਜਾ ਰਹੇ ਹੋ? ਨਗਰ ਕਿਉਂ ਛੱਡ ਚੱਲੇ ਹੋ? ਲੋਕਾਂ ਨੇ ਕਿਹਾ, ਸੰਤ ਜੀ ਇੱਥੇ ਹੁਣੇ ਹੀ ਸਮੁੰਦਰ ਦੀ ਛੱਲ ਆਉਣ ਵਾਲੀ ਹੈ, ਜੋ 6 ਮਹੀਨੇ ਪਿੱਛੋਂ ਆਉਂਦੀ ਹੈ ਤੇ ਸਭ ਕੁਝ ਰੋੜ ਕੇ ਲੈ ਜਾਂਦੀ ਹੈ। ਜਦ ਇਹ ਲੰਘ ਜਾਏਗੀ ਤਾਂ ਫਿਰ ਆਣ ਕੇ ਆਪਣੇ ਘਰ-ਬਾਰ ਉਸਾਰ ਕੇ ਵਸਾਂਗੇ। ਗੁਰੂ ਜੀ ਨੇ ਕਿਹਾ, ਤੁਸੀਂ ਸਤਨਾਮ ਦਾ ਜਾਪ ਕਰੋ ਤਾਂ ਤੁਹਾਡੇ ਘਰ ਸਮੁੰਦਰ ਨਹੀਂ ਰੋੜੇਗਾ। ਉਹਨਾਂ ਨੇ ਕਿਹਾ, ਅਸੀਂ ਤਾਂ ਹੁਣ ਤੁਰੇ ਜਾ ਰਹੇ ਹਾਂ, ਤੁਸੀਂ ਇੱਥੇ ਬੈਠੋ, ਜੋ ਸਾਡੇ ਘਰ ਬਣੇ ਰਹਿਣਗੇ ਤਾਂ ਅਸੀਂ ਤੁਹਾਡੇ ਸਿੱਖ ਬਣ ਕੇ ਉਪਦੇਸ਼ ਲਵਾਂਗੇ। ਜਦ ਸਮੇਂ ਸਿਰ ਸਮੁੰਦਰ ਦੀ ਛੱਲ ਆਈ ਤਾਂ ਉਹ ਗੁਰੂ ਜੀ ਦੇ ਚਰਨ ਪਰਸ ਕੇ ਪਿੱਛੇ ਹਟ ਗਈ। ਜਦ ਨਗਰ ਵਾਸੀਆਂ ਨੇ ਆਣ ਕੇ ਆਪੋ ਆਪਣੇ ਘਰ ਸਹੀ ਸਲਾਮਤ ਵੇਖੇ ਤਾਂ ਬੜੇ ਖੁਸ਼ ਹੋਏ। ਗੁਰੂ ਜੀ ਤੋਂ ਉਪਦੇਸ਼ ਲੈ ਕੇ ਸਤਨਾਮ ਦਾ ਜਾਪ ਜਪਣ ਲੱਗੇ।